ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਤੁਹਾਡਾ ਮੇਰਾ ਸਾਥ ਹਰ ਰੋਜ਼ ਸ਼ਾਮ ਨੂੰ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਹੋਇਆ ਕਰਦਾ ਹੈ, ਜਿਸ ਵਿੱਚ ਕਿ ਵੱਖਰੇ ਵੱਖਰੇ ਮੁੱਦਿਆਂ 'ਤੇ ਸਾਂਝ ਪਾਉਂਦੇ ਹਾਂ। ਪਰ ਫਰਾਈਡੇ ਵਾਲੀ ਸ਼ਾਮ ਜਿਹੜੀ ਹੈਗੀ ਹੈ ਉਸ ਨੂੰ ਅਸੀਂ ਸਿਰਫ ਗੁਰਬਾਣੀ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ, ਜਿਸ ਦੇ ਤਹਿਤ ਭਾਈ ਰਾਮ ਸਿੰਘ ਜੀ ਰਜਾਇਣਾ ਤੋਂ ਸਾਡੇ ਨਾਲ ਸਾਂਝ ਪਾਉਂਦੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਗੁਰੂ ਕੀ ਉਪਦੇਸ਼ ਕਰਦੇ ਨੇ ਉਸ ਦੀ ਵਿਆਖਿਆ ਕਰਦੇ ਨੇ। ਅਗੇਨ ਫੋਕਸ ਇਹੀ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਗੁਰਬਾਣੀ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾ ਸਕੀਏ ਅਤੇ ਜੋ ਗੁਰਬਾਣੀ ਕਹਿੰਦੀ ਹੈ ਉਸ ਨੂੰ ਕਿਵੇਂ ਅਸੀਂ ਆਪਣੇ ਉੱਪਰ ਪ੍ਰੈਕਟੀਕਲ ਅਡੋਪਟ ਕਰ ਸਕਨੇ ਹਾਂ, ਇਸ ਦੇ ਉੱਤੇ ਅਸੀਂ ਫੋਕਸ ਕਰਦੇ ਹਾਂ। ਸੋ ਇਸੇ ਦੇ ਆਧਾਰ 'ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ 13ਵੇਂ ਪੰਨੇ ਤੱਕ ਪਹੁੰਚੇ ਹੋਏ ਹਾਂ ਅਤੇ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ। ਅਤੇ ਅੱਜ ਅਸੀਂ ਫੋਕਸ ਕਰਨਾ ਹੈ ਇਹ ਜੋ ਸ਼ਬਦ ਭਾਈ ਸਾਹਿਬ ਸਾਡੇ ਨਾਲ ਸਾਂਝ ਪਾਉਣਗੇ ਕਿ ਰੱਬ ਦੇ ਕਿਹੜੇ ਵੱਖਰੇ ਵੱਖਰੇ ਰੂਪ ਨੇ ਅਤੇ ਰੱਬ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ, ਗੁਰਬਾਣੀ ਇਸ ਮਤਲਬ ਕੀ ਕਹਿੰਦੀ ਹੈ। ਆਓ ਜਾਣਕਾਰੀ ਲੈਂਦੇ ਹਾਂ ਭਾਈ ਰਾਮ ਸਿੰਘ ਜੀ ਤੋਂ। ਭਾਈ ਸਾਹਿਬ ਜੀ ਆਇਆਂ ਨੂੰ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੁਰਬਾਣੀ ਜੀਵਨ ਜਾਚ ਜੋ ਸਾਨੂੰ ਦੱਸਦੇ ਨੇ ਉਸ ਨੂੰ ਅਸੀਂ ਜੇਕਰ ਅਡੋਪਟ ਕਰਨਾ ਸ਼ੁਰੂ ਕਰ ਦਈਏ ਤਾਂ ਜੀਵਨ ਵਿੱਚ ਬਹੁਤ ਪਰਿਵਰਤਨ ਆ ਜਾਂਦਾ ਹੈ। YouTube ਦੇ ਉੱਤੇ ਤਕਰੀਬਨ 91 ਐਪੀਸੋਡ ਸਾਡੇ ਪਿਛਲੇ ਜਿਹੜੇ ਟੈਲੀਵਿਜ਼ਨ ਦੇ ਉੱਤੇ ਵੀ ਅਸੀਂ ਲੈ ਕੇ ਆਉਂਦੇ ਰਹੇ ਹਾਂ ਪਿਛਲੇ 2-3 ਸਾਲਾਂ ਤੋਂ, ਉਹ ਸਾਡੇ ਸਰੋਤੇ ਦੇਖਦੇ ਰਹੇ ਨੇ, ਦਰਸ਼ਕ ਦੇਖਦੇ ਰਹੇ ਨੇ ਅਤੇ ਉਹਨਾਂ ਵੱਲੋਂ ਜਿਹੜੀ ਫੀਡਬੈਕ ਆਉਂਦੀ ਹੈ ਉਸ ਵਿੱਚ ਇਹੀ ਗੱਲ ਸਾਹਮਣੇ ਆ ਰਹੀ ਹੈ। ਮੈਨੂੰ ਕੁਛ ਹੀ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਫੋਨ ਆਇਆ ਅਤੇ ਉਹਨਾਂ ਨੇ ਤੁਹਾਡਾ ਧੰਨਵਾਦ ਕਰਨ ਲਈ ਕਿਹਾ ਕਿ ਇੰਨੇ ਸਿੰਪਲ ਤਰੀਕੇ ਨਾਲ ਜੋ ਤੁਸੀਂ ਐਕਸਪਲੇਨ ਕਰਦੇ ਹੋ ਉਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ। ਸਾਰਾ ਪਰਿਵਾਰ ਜੋ ਹੈ ਇਕੱਠੇ ਰਲ ਕੇ ਬੈਠ ਕੇ ਉਹ ਹੁਣ ਵੇਟ ਕਰਦਾ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕੀਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਸ਼ੁਰੂਆਤ ਕਰਦੇ ਹਾਂ 13ਵੇਂ ਪੰਨੇ ਵਿੱਚ ਜੋ ਗੁਰੂ ਸਾਹਿਬ ਸਾਨੂੰ ਆਰਤੀ ਪਿਛਲੇ ਹਫ਼ਤੇ ਜਿਸ ਦਾ ਅਸੀਂ ਐਕਸਪਲੇਨੇਸ਼ਨ ਕਰ ਰਹੇ ਸੀ, ਕੀ ਕਹਿੰਦੇ ਨੇ ਗੁਰੂ ਸਾਹਿਬ। ਹਾਂਜੀ ਵੀਰ ਜੀ, ਧੰਨਵਾਦ ਤੁਹਾਡਾ, ਧੰਨਵਾਦ ਦਰਸ਼ਕਾਂ ਦਾ। ਜੋ ਦਰਸ਼ਕਾਂ ਦੀ ਫੀਡਬੈਕ ਹੈ ਉਹ ਤੁਹਾਡੇ ਲਈ ਵੀ ਅਤੇ ਮੇਰੇ ਲਈ ਵੀ ਇੱਕ ਅਸੀਸ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਇਹ ਜੋ ਸਮੁੱਚੀ ਦੁਨੀਆ 'ਤੇ ਪੈਂਡੈਮਿਕ ਦਾ ਸਮਾਂ ਚੱਲ ਰਿਹਾ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਆਪਾਂ ਵਿਚਾਰ ਰਹੇ ਸੀ ਸੋਹਿਲਾ ਸਾਹਿਬ ਜੀ ਦਾ ਤੀਸਰਾ ਸ਼ਬਦ, ਜਿਹੜੀ ਪਰੰਪਰਾ ਧਰਮ ਬਣ ਕੇ ਦੁਨੀਆ ਤੇ ਸਮਾਜ ਦੇ ਉੱਪਰ ਛਾ ਜਾਵੇ ਪਰ ਉਹਦਾ ਕੋਈ ਪ੍ਰੋਪਰ ਅਸਰ ਨਾ ਹੁੰਦਾ ਹੋਵੇ ਤੇ ਉਹ ਇੱਕ ਐਮਪਟੀ ਰਿਚੁਅਲ ਦੇ ਤੌਰ ਤੇ ਚੱਲ ਰਿਹਾ ਹੋਵੇ, ਉਸ ਵੱਡੀ ਪਰੰਪਰਾ ਨੂੰ ਵੰਗਾਰਨ ਤੋਂ ਪਹਿਲਾਂ ਤੁਹਾਡੇ ਕੋਲ ਉਹਦੇ ਬਦਲ ਦੇ ਵਿੱਚ ਕੋਈ ਵੱਡੀ ਲਕੀਰ ਹੋਣੀ ਚਾਹੀਦੀ ਹੈ। ਇਹ ਆਪਾਂ ਪਿਛਲੇ ਐਪੀਸੋਡ ਵਿੱਚ ਸਿੱਖਿਆ ਸੀ ਕਿ ਜਗਨਨਾਥਪੁਰੀ ਦਾ ਉੜੀਸਾ ਦੇ ਵਿੱਚ ਉਹ ਮੰਦਿਰ ਜਿੱਥੇ ਆਰਤੀ ਹੋ ਰਹੀ ਸੀ, ਸਤਿਗੁਰ ਸੱਚੇ ਪਾਤਸ਼ਾਹ ਉਹ ਆਰਤੀ ਕਰਨ ਵਾਲਿਆਂ ਦੇ ਵਿੱਚ ਪਹੁੰਚ ਜਾਂਦੇ ਨੇ। ਜਦੋਂ ਹੀ ਆਰਤੀ ਦੀ ਸਮਾਪਤੀ ਹੁੰਦੀ ਹੈ ਤੇ ਉਸ ਪਾਸੇ ਧਿਆਨ ਖਿੱਚਦੇ ਨੇ ਕਿ ਆਰਤੀ ਤਾਂ ਇੱਕ ਬਹੁਤ ਵੱਡੀ ਦੁਨੀਆ ਤੇ ਆਪਣੇ ਆਪ ਹੀ ਚੱਲ ਰਹੀ ਹੈ ਜੀ। ਉਸ ਦੇ ਵਿੱਚੋਂ ਇੱਕ ਚੀਜ਼ ਬੜੀ ਕਮਾਲ ਦੀ, ਜਦੋਂ ਕਿਤੇ ਤੁਸੀਂ ਲੋਕਾਂ ਦਾ ਧਿਆਨ ਖਿੱਚਣਾ ਹੋਵੇ, ਸਮੂਹਿਕ ਤੌਰ ਤੇ ਵੱਡੀ ਪੱਧਰ ਦੇ ਉੱਪਰ ਲੋਕਾਂ ਦਾ ਧਿਆਨ ਖਿੱਚਣਾ ਹੋਵੇ, ਤੇ ਦੋ ਗੱਲਾਂ ਬੜੀਆਂ ਮਾਇਨੇ ਰੱਖਦੀਆਂ ਨੇ। ਇੱਕ ਸ਼ਬਦ ਹੁੰਦਾ ਸਭ ਤੋਂ ਵੱਡਾ, ਦੂਸਰਾ ਹੁੰਦਾ ਇਨ ਦਾ ਵਰਲਡ, ਸੰਸਾਰ ਦੇ ਵਿੱਚ। ਆਪਾਂ ਦੇਖਦੇ ਹਾਂ ਅੱਜ ਦੁਬਈ, ਉਹ ਬਹੁਤ ਕੁਝ ਐਸਾ ਤਿਆਰ ਕਰ ਰਹੇ ਨੇ ਦੁਬਈ ਵਾਲੇ, ਜਿਹਦੇ ਨਾਲ ਉਹ ਲਿਖਦੇ ਨੇ ਕਿ ਦੁਨੀਆ ਦਾ ਸਭ ਤੋਂ ਉੱਚਾ ਟਾਵਰ, ਫਿਰ ਉਹਨਾਂ ਸਮੁੰਦਰ ਦੇ ਵਿੱਚ ਜਿਹੜਾ ਹੈ ਉਹ ਟਾਊਨ ਬਣਾਇਆ, ਦੁਨੀਆ ਦਾ ਸਭ ਤੋਂ ਵੱਡਾ, ਸਭ ਤੋਂ ਪਹਿਲਾ ਪਾਮ ਟਰੀ ਵਰਗਾ ਇੱਕ ਟਾਊਨ, ਫਿਰ ਉਹ ਮਾਲ ਬਣਾਉਂਦੇ ਨੇ, ਦੁਨੀਆ ਦਾ ਸਭ ਤੋਂ ਵੱਡਾ ਮਾਲ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਦਾ ਲਾਰਜੈਸਟ ਆਰਤੀ ਇਨ ਦਾ ਵਰਲਡ ਜੀ। ਦਰਸ਼ਕ ਇਸ ਨੂੰ ਪਿਛਲੇ ਐਪੀਸੋਡ ਵਿੱਚ ਦੇਖ ਸਕਦੇ ਨੇ। ਹੁਣ ਇੱਕ ਤਾਂ ਇਹ ਦੱਸ ਦਿੱਤਾ ਕਿ ਆਰਤੀ ਤਾਂ ਆਲਰੇਡੀ ਦੁਨੀਆ ਦੀ ਸਭ ਤੋਂ ਵੱਡੀ ਚੱਲ ਰਹੀ ਹੈ, ਰੱਬ ਦੀ ਕੁਦਰਤ ਵੱਲ ਧਿਆਨ ਦਿਵਾਇਆ। ਹੁਣ ਸੀ ਕਿ ਉਹ ਜਿਹੜਾ ਰਿਚੁਅਲ ਨਿਭਾਇਆ ਜਾ ਰਿਹਾ, ਉਹ ਜਿਹੜੀ ਆਰਤੀ ਕੀਤੀ ਜਾ ਰਹੀ ਹੈ, ਉਹ ਕਿਸੇ ਮੂਰਤੀ ਨੂੰ ਰੱਬ ਸਮਝ ਕੇ ਉਹਦੇ ਸਾਹਮਣੇ ਕੀਤੀ ਜਾ ਰਹੀ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਰਹਾਉ ਤੋਂ ਬਾਅਦ ਵਾਲੇ ਪਦੇ ਵਿੱਚ ਕਹਿ ਰਹੇ ਨੇ ਕਿ ਆਓ ਦਰਸ਼ਨ ਕਰੋ, ਰੱਬ ਦਾ ਸਰੂਪ ਤੇ ਕੁਦਰਤ ਦੇ ਵਿੱਚ ਬਾ ਕਮਾਲ
ਅੱਖੀਂ ਦਰਸ਼ਨ ਹੋ ਰਹੇ ਨੇ। ਹੁਣ ਇੱਥੇ ਇੱਕ ਦੋ ਗੱਲਾਂ ਸਮਝਣੀਆਂ ਪੈਣਗੀਆਂ। ਜੀ। ਨੰਬਰ 1, ਭਾਵਨਾ ਮਹਿਸੂਸ ਕਰਨਾ। ਜੀ। ਨੰਬਰ 2, ਪਿਆਰ ਦਾ ਰਸ। ਆਪਾਂ ਦੇਖਦੇ ਹਾਂ, ਅਗਰ ਕਿਸੇ ਬਜ਼ੁਰਗ ਔਰਤ ਦੇ ਪ੍ਰਤੀ ਪਿਆਰ ਦਾ ਰਸ ਜਾਗ ਪਵੇ ਤੇ ਅੰਦਰ ਭਾਵਨਾ ਬਣ ਜਾਵੇ ਇਹ ਮੇਰੀ ਮਾਂ ਹੈ, ਤੇ ਸੱਚੀ ਉਸ ਔਰਤ ਵਿੱਚੋਂ ਵੀ ਮਾਂ ਦਿਸਦੀ ਹੈ। ਇਹਦੇ ਉਲਟ ਅਗਰ ਸਕੀ ਮਾਂ ਦੇ ਨਾਲ ਅੰਦਰੋਂ ਪਿਆਰ ਘਟ ਜਾਵੇ ਤੇ ਨਫ਼ਰਤ ਜਾਗ ਪਵੇ, ਭਾਵਨਾ ਖਤਮ ਹੋ ਜਾਏਗੀ, ਮਾਂ ਨਹੀਂ ਦਿਸੇਗੀ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਿਸੂਸ ਕਰਨ ਦਾ ਜੋ ਸਾਡੇ ਅੰਦਰ ਤਲ ਹੈ, ਇਸ ਰੱਬ ਦੀ ਬਣਾਈ ਕੁਦਰਤ ਦੇ ਵਿੱਚੋਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ। ਇਸ ਪਦੇ ਨੂੰ ਸਮਝਣ ਤੋਂ ਪਹਿਲਾਂ ਇੱਕ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਜੀ ਦੀ ਵਾਰ ਦੇ ਵਿੱਚ ਇੱਕ ਪੌੜੀ, ਉਸ ਨੂੰ ਸਮਝੀਏ। ਜੀ। ਦੂਸਰਾ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਪਦਾ ਆਨੰਦ ਸਾਹਿਬ ਦੇ ਵਿੱਚ, ਬਹੁਤ ਸੌਖੀ ਸਮਝ ਲੱਗ ਜਾਏਗੀ। ਆਸਾ ਰਾਗ ਦੀ ਵਾਰ ਦੀ ਪੌੜੀ ਦੇ ਅੰਦਰ ਗੁਰੂ ਪਾਤਸ਼ਾਹ ਕਹਿੰਦੇ ਨੇ, ਆਪੀ ਨੇ ਆਪ ਸਾਜਿਓ, ਯਾਨੀ ਰੱਬ ਦੀ ਸ਼ਕਤੀ ਗੁਣਾਂ ਦੇ ਰੂਪ ਵਿੱਚ ਹੈ, ਬਖਸ਼ਿਸ਼ਾਂ ਦੇ ਰੂਪ ਵਿੱਚ ਹੈ, ਸ਼ਕਤੀਆਂ ਦੇ ਰੂਪ ਵਿੱਚ ਹੈ। ਉਹ ਆਪਣੇ ਆਪ ਹੀ ਉਹਦੀ ਸੈਲਫ ਕ੍ਰੀਏਸ਼ਨ ਹੋਈ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ। ਨਾਮ ਦੇ ਅਰਥ ਉਪਦੇਸ਼, ਰੱਬੀ ਉਪਦੇਸ਼। ਉਹਨੇ ਆਪਣੇ ਆਪ ਹੀ ਇਹ ਦੋ ਚੀਜ਼ਾਂ ਪੈਦਾ ਕੀਤੀਆਂ, ਸ਼ਕਤੀਆਂ, ਗੁਣ, ਬਖਸ਼ਿਸ਼ਾਂ ਦੇ ਰੂਪ, ਉਹਦਾ ਆਪਣਾ ਰੂਪ ਨਿਰਗੁਣ ਸਰੂਪ ਜਿਹਨੂੰ ਕਹਿੰਦੇ ਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ, ਉਹਦੇ ਵਿੱਚੋਂ ਉਪਦੇਸ਼ ਰਚ ਦਿੱਤਾ। ਜੀ। ਦੂਈ ਕੁਦਰਤ ਸਾਜੀ ਹੈ, ਦੂਸਰੀ ਕੁਦਰਤ ਬਣਾ ਦਿੱਤੀ। ਕਰ ਆਸਣ ਡਿਠੋ ਚਾਓ, ਇੱਕ ਕੁਦਰਤ ਰੱਬ ਦਾ ਆਸਣ। ਜੀ। ਹੁਣ ਉਹ ਜਿਹੜਾ ਆਸਣ ਹੈ, ਉਹ ਆਸਣ ਦੇ ਵਿੱਚ ਬੈਠਾ ਹੈ। ਇਹਨੂੰ ਆਨੰਦ ਸਾਹਿਬ ਦਾ ਉਹ ਪਦਾ ਪੜ੍ਹ ਕੇ ਦੇਖੀਏ, ਇਹ ਨੇਤਰੋ ਮੇਰਿਓ ਹਰ ਤੁਮਹਿ ਜੋਤ ਧਰੀ। ਆਪਾਂ ਪਿੱਛੇ ਇੱਕ ਐਪੀਸੋਡ ਵਿੱਚ ਵਿਚਾਰਿਆ ਸੀ ਜੀ। ਆਨੰਦ ਸਾਹਿਬ ਦੇ ਜਿਹੜੇ ਆਖਰੀ ਪਦੇ ਨੇ ਨਾ ਜੀ, ਉਹ ਸੈਲਫ ਕਾਉਂਸਲਿੰਗ ਹੈ। ਅੱਜ ਦੇ ਯੁੱਗ ਵਿੱਚ ਅਗਰ ਕੋਈ ਡਿਪਰੈਸ਼ਨ ਦੀ ਚੌਥੀ ਪੰਜਵੀਂ ਸਟੇਜ ਵਿੱਚ ਜਾਂਦਾ ਹੈ, ਤਾਂ ਡਾਕਟਰ ਕਹਿੰਦੇ ਨੇ ਕਿ ਮੈਡੀਸਨ ਤੋਂ ਜ਼ਿਆਦਾ ਕੰਮ ਕਰੇਗੀ ਸੈਲਫ ਕਾਉਂਸਲਿੰਗ, ਆਪਣੇ ਆਪ ਦੀ ਕਾਉਂਸਲਿੰਗ। ਉਸ ਵਿੱਚ ਕੰਨਾਂ ਦੇ ਨਾਲ ਗੱਲਾਂ, ਸਰੀਰ ਨੂੰ ਕਿਹਾ ਹੈ ਸਰੀਰਾ ਮੇਰਿਆ ਜਗ ਮਾਇਆ, ਕਿਆ ਤੁਧ ਕਰਮ ਕਮਾਇਆ, ਤੂੰ ਕੀਤਾ ਹੀ ਕੀ ਹੈ ਮਨਾ, ਆਪਣੀ ਕਾਉਂਸਲਿੰਗ। ਉਸ ਵਿੱਚ ਇੱਕ ਪਦਾ ਹੈ, ਇਹ ਨੇਤਰੋ ਮੇਰਿਓ, ਨੇਤਰ ਅੱਖਾਂ, ਇਹ ਮੇਰੀਆਂ ਅੱਖਾਂ, ਇਹ ਨੇਤਰੋ ਮੇਰਿਓ ਹਰ ਤੁਮਹਿ ਜੋਤ ਧਰੀ। ਦੇਖਣ ਦੀ ਜੋ ਸ਼ਕਤੀ ਹੈ ਨਾ, ਜੋਤ, ਉਹ ਵਾਹਿਗੁਰੂ ਜੀ ਨੇ ਆਪ ਧਰੀ, ਟਿਕਾਈ। ਜੀ। ਧਰੀ ਹੁੰਦਾ ਹੈ ਜਦੋਂ ਮਰਜ਼ੀ ਵਾਪਸ ਲੈ ਸਕਦਾ ਹੈ। ਇਹ ਨੇਤਰੋ ਮੇਰਿਓ ਹਰ ਤੁਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਬਿਲਕੁਲ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਨਦਰੀ ਨਜ਼ਰਾਂ ਦੇ ਨਾਲ ਰੱਬ ਨੂੰ ਦੇਖਿਆ। ਇਹ ਵੇਸ਼ ਸੰਸਾਰ ਤੁਮ ਦੇਖਦੇ, ਇਹਦੇ ਵੇਸ਼ ਦੇ ਅਰਥ ਹੈ ਵਿਸ਼ਵ, ਸਾਰਾ ਸੰਸਾਰ। ਇਹ ਵੇਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ। ਏਸੀ ਦੀ ਐਕਸਪਲੇਨੇਸ਼ਨ ਕਰਦੇ ਹਾਂ ਜੀ। ਸਮਾਂ ਛੋਟੀ ਜਿਹੀ ਬ੍ਰੇਕ ਦਾ, ਵਾਪਸ ਆ ਕੇ ਤੁਹਾਡੇ ਤੋਂ ਸਾਂਝ ਪਾ ਕੇ ਹੋਰ ਜਾਣਕਾਰੀ ਲੈਂਦੇ ਹਾਂ। ਅਗੇਨ ਸਾਨੂੰ ਬੜਾ ਮਾਣ ਹੈਗਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਪਹਿਲੀ ਵਾਰ ਹੋ ਰਿਹਾ ਕਿ ਇੱਕ ਇੰਟਰੈਕਟਿਵ ਸੈਸ਼ਨਸ ਜੋ ਚੱਲਦੇ ਨੇ ਹਰ ਫਰਾਈਡੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਐਕਸਪਲੇਨੇਸ਼ਨ ਹੁੰਦੀ ਹੈ। ਤੁਸੀਂ ਵੀ ਸ਼ਾਮਲ ਹੋਵੋ, ਪਰਿਵਾਰ ਨੂੰ ਸ਼ਾਮਲ ਕਰੋ। ਆਓ ਸਾਰੇ ਰਲ ਮਿਲ ਕੇ ਗੁਰੂ ਦੀ ਸੋਚ ਨਾਲ ਜੁੜ ਕੇ ਆਪਣੇ ਆਪ ਨੂੰ ਬਿਹਤਰ ਕਰ ਸਕੀਏ ਤੇ ਸਮਾਜ ਨੂੰ ਬਿਹਤਰ ਕਰ ਸਕੀਏ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666 ਆਫਿਸ ਪਾਰਟੀ, ਐਗਜ਼ੀਬਿਸ਼ਨਸ, ਪ੍ਰੋਡਕਟ ਲਾਂਚਸ ਤੇ ਕਾਰਪੋਰੇਟ ਇਵੈਂਟਸ ਕਰਵਾ ਸਕਦੇ ਹੋ। ਖੂਬਸੂਰਤ ਇੰਟੀਰੀਅਰ ਤੇ ਬਿਹਤਰੀਨ ਅਮੈਨਿਟੀਜ਼, ਲਾਜਵਾਬ ਖਾਣਾ, ਫ੍ਰੈਂਡਲੀ ਸਟਾਫ, ਸਪੇਸ਼ੀਅਸ ਬੈਂਕਟ ਹਾਲ, ਖੁੱਲੀ ਪਾਰਕਿੰਗ ਤੁਹਾਨੂੰ ਇੱਥੇ ਹੀ ਮਿਲੇਗੀ ਅਤੇ ਇਹ ਤੁਹਾਡਾ ਬੈਸਟ ਪੋਸੀਬਲ ਐਕਸਪੀਰੀਅੰਸ ਹੋਵੇਗਾ। ਅੱਜ ਹੀ ਆਪਣਾ ਅਗਲਾ ਪ੍ਰੋਗਰਾਮ ਇੱਥੇ ਕਰਾਓ। ਛੋਟੇ ਘਰਾਂ ਤੋਂ ਲੈ ਕੇ ਵੱਡੇ ਪ੍ਰੋਜੈਕਟਸ ਤੱਕ ਬਾਹਰੋਂ ਸ਼ਿੰਗਾਰਨ ਲਈ ਮਸ਼ਹੂਰ ਹਨ ਜੇਰੇ ਸਟੋਨ ਕੰਪਨੀ ਵਾਲੇ। ਘਰ ਨੂੰ ਟ੍ਰੈਡੀਸ਼ਨਲ, ਕੰਟੈਂਪਰੇਰੀ, ਜਾਰਜੀਅਨ, ਮਾਡਰਨ ਲੁੱਕ ਦੇਣੀ ਹੈ ਤਾਂ ਕਾਲ ਕਰੋ ਜੇਰੇ ਸਟੋਨ ਨੂੰ, ਜੋ ਆਪਣੇ ਕਾਬਲ ਸਟਾਫ ਨੂੰ ਭੇਜ ਕੇ ਫ੍ਰੀ ਐਸਟੀਮੇਟ ਦੇਣਗੇ। ਸਟੋਨ ਟਾਈਲਸ, ਅਰਬਨ ਸਟੋਨ, ਮੋਲਡਿੰਗਸ, ਐਕਸੈਸਰੀਜ਼, ਪਿਲਰਸ ਆਦਿ ਨੂੰ ਇੰਸਟਾਲ ਕਰਨ ਵਿੱਚ ਇਹ ਮਹਾਰਤ ਰੱਖਦੇ ਹਨ। 25 ਸਾਲ ਦੀ ਵਾਰੰਟੀ, ਮੇਨਟੇਨੈਂਸ ਫ੍ਰੀ, ਗਵਰਨਮੈਂਟ ਅਪਰੂਵਡ ਟਾਈਲਸ ਦੀ ਵਰਤੋਂ ਕਰਕੇ ਜ਼ਰੂਰ ਵੇਖੋ। ਕਾਲ ਕਰੋ 6046149231 ਜਾਂ ਫਿਰ ਵਿਜ਼ਿਟ ਕਰੋ
Unit number 500, 1515 Broadway Street, Port Coquitlam. My name is Jeevan Bath, and I'd like to tell you why you should purchase your next vehicle from Suki Bath Motors. Suki Bath has been selling quality pre-owned vehicles for 37 years. All of our vehicles come with a certified inspection report, and history reports are available for all vehicles. All of our sales staff is fully licensed. We promise to give you the best customer service experience. Last but not least, we provide financing for everybody, regardless of your credit situation. Visit SukiBathMotors.com today. Karen thought she won a gift card, but we had a much bigger surprise for her. We rise by lifting others. Basant Motors. ਇਮੀਗ੍ਰੇਸ਼ਨ ਨਾਲ ਸੰਬੰਧਿਤ ਕੰਮ ਲਈ ਹਰ ਕੋਈ ਲੱਭਦਾ ਹੈ ਕੋਈ ਵਿਸ਼ਵਾਸਮਈ ਐਕਸਪਰਟ ਤੇ ਖੋਜ ਖਤਮ ਹੁੰਦੀ ਹੈ ਸੈਸੇ ਨਹੀਂ ਇਮੀਗ੍ਰੇਸ਼ਨ ਵਕੀਲਾਂ ਕੋਲ ਆ ਕੇ ਕੈਥਰੀਨ ਸੈਸ ਨੂੰ ਤਾਂ ਜਾਰਜੀਆ ਸਟੇਟ ਵੱਲੋਂ ਪਿਛਲੇ 7 ਸਾਲਾਂ ਤੋਂ ਹਰ ਸਾਲ ਬੈਸਟ ਇਮੀਗ੍ਰੇਸ਼ਨ ਲਾਇਰ ਵੱਲੋਂ ਮੰਨਿਆ ਜਾ ਰਿਹਾ ਹੈ ਸਟੱਡੀ ਦੇ ਵਰਕ ਪਰਮਿਟ ਇਨਕਲੂਡਿੰਗ LMI PR ਐਪਲੀਕੇਸ਼ਨਸ ਜਿਨ੍ਹਾਂ ਵਿੱਚ ਐਕਸਪ੍ਰੈਸ ਐਂਟਰੀ PNP ਤੇ ਫੈਮਿਲੀ ਕਲਾਸ ਟੈਂਪਰੇਰੀ ਰੈਜ਼ੀਡੈਂਸ ਵੀਜ਼ਾਸ ਫੈਮਿਲੀ ਸਪਾਂਸਰਸ਼ਿਪ ਇਨਵੈਸਟਮੈਂਟ ਕੈਟੇਗਰੀਜ਼ ਸਿਟੀਜ਼ਨਸ਼ਿਪ ਤੇ ਅਪੀਲਸ ਆਦਿ ਲਈ ਐਕਸਪਰਟਸ ਲਈ ਕਾਲ ਕਰੋ 6046895444 ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਭਾਈ ਰਾਮ ਸਿੰਘ ਜੀ ਨਾਲ ਸਾਂਝ ਪਾ ਰਹੇ ਹਾਂ ਅਤੇ ਇਹ ਸਫ਼ਰ ਹਰ ਫਰਾਈਡੇ ਨੂੰ ਸ਼ਾਮ ਦੇ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਜਦ ਤੱਕ ਗੁਰੂ ਨੇ ਬਖਸ਼ਿਸ਼ ਰੱਖੀ ਸਾਡੇ ਉੱਤੇ ਇਸ ਨੂੰ ਕੰਟੀਨਿਊ ਰੱਖਾਂਗੇ ਪਹਿਲਾਂ ਟੈਲੀਵਿਜ਼ਨ ਤੇ ਸੀ ਹੁਣੇ ਲਾਈਵ ਕਰਦੇ ਹਾਂ ਪਰ ਇਸ ਵਿੱਚ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਕਿ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਜ਼ਰੂਰ ਕਿਉਂਕਿ ਅਧਿਆਤਮਿਕਤਾ ਦੇ ਇਸ ਮਾਰਗ ਤੇ ਤੁਰਨ ਵਾਸਤੇ ਤੇ ਗੁਰੂ ਨੇ ਸਾਨੂੰ ਇਹੀ ਕਿਹਾ ਹੈਗਾ ਕਿ ਅਸੀਂ ਸਿਰਫ ਅੰਧਾ ਵਿਸ਼ਵਾਸ ਨਾ ਕਰ ਲਈਏ ਅਸੀਂ ਵਾਏ ਦਾ ਜਿਹੜਾ ਕਨਸੈਪਟ ਹੈਗਾ ਉਹ ਸਿੱਖੀ 'ਚ ਬੜਾ ਯੂਨੀਕ ਕਨਸੈਪਟ ਹੈ ਇਸ ਵਾਸਤੇ ਜੇਕਰ ਕੋਈ ਵੀ ਮਨ ਵਿੱਚ ਸਵਾਲ ਹੋਏ ਕੋਈ ਸ਼ੰਕਾ ਹੋਏ ਤਾਂ ਤੁਸੀਂ ਜ਼ਰੂਰ ਸਾਨੂੰ ਸਵਾਲ ਭੇਜੋ ਉਸ ਦਾ ਜਵਾਬ ਲੈ ਕੇ ਵਾਪਸ ਆਵਾਂਗੇ ਜੀ ਭਾਈ ਸਾਹਿਬ ਹਾਂਜੀ ਵੀਡੀਓ ਸ਼ੁਕਰ ਵਾਹਿਗੁਰੂ ਦਾ ਹੁਣ ਇੱਕ ਪਾਸੇ ਕਹਿ ਦਿੱਤਾ ਇਹਨਾਂ ਅੱਖਾਂ ਨੂੰ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਮੁੱਚੇ ਸੰਸਾਰ ਵਿੱਚ ਨੇ ਉਹਨੂੰ ਦੇਖੋ ਜੀ ਦੇਖੋ ਕਿਵੇਂ ਗੁਰਪ੍ਰਸਾਦੀ ਬੁੱਝਿਆ ਗੁਰੂ ਦੀ ਕਿਰਪਾ ਦੇ ਨਾਲ ਇਹ ਸੋਝੀ ਆਉਂਦੀ ਜਦੋਂ ਸੋਝੀ ਆਉਂਦੀ ਜਾਂ ਵੇਖਾ ਹਰ ਇੱਕ ਹੈ ਤੇ ਉਹ ਇੱਕੋ ਇੱਕ ਦਿਖਾਈ ਦਿੰਦਾ ਹੈ ਇਦਾਂ ਕਹਿ ਲਓ ਜ਼ਿੰਦਗੀ ਵਿੱਚ ਸਿਚੁਏਸ਼ਨਸ ਆਉਂਦੀਆਂ ਨੇ ਕੁਝ ਸਿਚੁਏਸ਼ਨਸ ਮਨ ਨੂੰ ਬੜੀਆਂ ਮਿੱਠੀਆਂ ਲੱਗਦੀਆਂ ਨੇ ਕੁਝ ਮਨ ਨੂੰ ਕੌੜੀਆਂ ਲੱਗਦੀਆਂ ਨੇ ਤੇ ਜਦੋਂ ਇਹ ਸੋਝੀ ਆ ਗਈ ਨਾ ਜਾਂ ਵੇਖਾ ਹਰ ਇੱਕ ਹੈ ਫਿਰ ਲੱਗੇਗਾ ਕੋਈ ਇਹ ਸਿਚੁਏਸ਼ਨ ਨਹੀਂ ਹੈ ਇਹ ਤਾਂ ਵਾਹਿਗੁਰੂ ਜੀ ਦੇ ਚੋਜ ਨੇ ਪਿਆਰੇ ਪ੍ਰੀਤਮ ਦੇ ਚੋਜ ਨੇ ਹਰ ਬਿਨ ਅਵਰ ਨਾ ਦੇਖੋ ਕੋਈ ਉਸ ਤੋਂ ਬਿਨਾ ਕੋਈ ਹੋਰ ਵੱਡੀ ਸ਼ਕਤੀ ਕੋਈ ਨਹੀਂ ਫਿਰ ਅੰਦਰ ਇੱਕ ਹੌਸਲਾ ਬਣੇਗਾ ਅਗਰ ਸਿਚੁਏਸ਼ਨ ਸਹਿਯੋਗ ਦੇਣ ਵਾਲੀ ਹੈ ਇਹ ਵੀ ਵਾਹਿਗੁਰੂ ਜੀ ਦਾ ਚੋਜ ਹੈ ਅਗਰ ਸਿਚੁਏਸ਼ਨ ਵਿਰੋਧ ਕਰਨ ਵਾਲੀ ਹੈ ਇਹ ਵੀ ਵਾਹਿਗੁਰੂ ਜੀ ਦਾ ਚੋਜ ਹੈ ਹਰ ਬਿਨ ਅਵਰ ਨਾ ਦੇਖੋ ਅੱਗੇ ਬੜਾ ਨਿਚੋੜ ਕੱਢਿਆ ਆਖਰੀ ਪੰਕਤੀ ਕਹਿ ਨਾਨਕ ਇਹ ਨੇਤਰ ਅੰਧ ਸੇ ਮੇਰੀਆਂ ਅੱਖਾਂ ਅੰਨੀਆਂ ਸੀ ਜਿਹੜੀ ਇੱਕ ਹੋਰ ਵਿਆਖਿਆ ਨਾ ਗੁਰਬਾਣੀ ਅੰਦਰ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾ ਹੈ ਅੰਧੇ ਉਹ ਨਹੀਂ ਅੰਧੇ ਸੇ ਹੀ ਨਾਨਕਾ ਇਹ ਖਸਮੋ ਕੁਥੇ ਇਹ ਰੱਬ ਨਹੀਂ ਦਿਸਦਾ ਰੱਬ ਨਹੀਂ ਮਹਿਸੂਸ ਹੁੰਦਾ ਉਹ ਅੰਧਾ ਹੈ ਅੰਧਾ ਉਹ ਨਹੀਂ ਹੈ ਜਿਹਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਤੇ ਟੋਹ ਕੇ ਕਹਿੰਦਾ ਮੇਰੀ ਮਾਂ ਕਿੱਥੇ ਆ ਉਹ ਨਹੀਂ ਅੰਨਾ ਉਹ ਤਾਂ ਟੋਹ ਕੇ ਆਵਾਜ਼ ਸੁਣ ਕੇ ਕਹਿ ਦਿੰਦਾ ਹੈ ਮੁਸਕਰਾ ਕੇ ਕਹਿ ਦਿੰਦਾ ਨਹੀਂ ਨਹੀਂ ਮੇਰੀ ਮਾਂ ਚੁੱਪ ਬੈਠੀ ਹੈ ਕੋਲ ਬੈਠੀ ਹੈ ਅੰਧਾ ਤਾਂ ਉਹ ਹੈ ਜਿਹਨੂੰ ਘਰ ਵਿੱਚ ਬੈਠੀ ਮਾਂ ਨਹੀਂ ਦਿਸਦੀ ਔਰ ਧੱਕੇ ਮਾਰ ਕੇ ਕੱਢਦਾ ਕਦਰ ਨਹੀਂ ਕਰਦਾ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਗੁਰਬਾਣੀ ਦਾ ਗਿਆਨ ਜਦੋਂ ਅੰਦਰੋਂ ਗੂੰਜਦਾ ਹੈ ਨਾ ਸਿੱਖਿਆ ਬਣ ਕੇ ਉਹ ਸਤਿਗੁਰ ਸਰੂਪ ਹੈ ਜਦੋਂ ਉਹ ਮਿਲਾਪ ਹੋ ਗਿਆ ਆਦਤ ਬਣ ਗਈ ਦਿਵ ਦ੍ਰਿਸ਼ਟ ਹੋਈ ਦਿਵ ਹੁੰਦਾ ਰੋਸ਼ਨੀ ਰੋਸ਼ਨੀ ਹੈ ਸੋਝੀ ਦੀ ਤੇ ਫਿਰ ਇਹ ਦਿਖਾਈ ਦੇਣ ਲੱਗਿਆ ਕਿਵੇਂ ਉਸ ਵੇਲਾ ਸਾਹਿਬ ਦਾ ਇਹ ਪਤਾ ਜਿਹੜਾ ਆਪਾਂ ਅੱਜ ਵਿਚਾਰਨਾ ਹੈ ਸਹਿਸ ਤਵ ਨੈਣ ਮਹਿਸੂਸ ਕੀਤਾ ਕਿ ਜਿੰਨੇ ਵੀ ਜੀਵ ਨੇ ਉਹ ਦੇਖ ਰਹੇ ਨੇ ਮੇਰੇ ਵੱਲ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਦੀ ਵਾਹਿਗੁਰੂ ਜੀ ਮੈਨੂੰ ਦੇਖਦੇ ਨੇ ਛੋਟੇ ਬੱਚਿਆਂ ਨੂੰ ਅਗਰ ਆਪਾਂ ਚੰਗੇ ਸੰਸਕਾਰ ਦੇਣੇ ਨੇ ਨਾ ਸਿਆਣੀ ਮਾਂ ਸਿਆਣਾ ਪਿਤਾ ਨੂੰ ਕਹਿੰਦੇ ਨੇ ਪੁੱਤ
ਆਪਾਂ ਜੋ ਵੀ ਚੰਗਾ ਜਾਂ ਮੰਦਾ ਕਰਦੇ ਆ ਨਾ, ਵਾਹਿਗੁਰੂ ਜੀ ਸਾਨੂੰ ਦੇਖਦੇ ਨੇ। ਜਿਸ ਵੇਲੇ ਇਹ ਮਹਿਸੂਸ ਹੋ ਗਿਆ ਨਾ ਵਾਹਿਗੁਰੂ ਜੀ ਦੇਖਦੇ ਨੇ, ਤੇ ਉਸ ਮਹਿਸੂਸ ਕਰਨ ਦੇ ਲੈਵਲ ਨੂੰ ਕਿਤਨਾ ਕਮਾਲ ਦਾ ਬਣਾ ਦਿੱਤਾ ਗੁਰੂ ਪਾਤਸ਼ਾਹ ਨੇ ਕਹਿ ਕੇ ਕਿ ਜਿੰਨੇ ਵੀ ਜੀਵ ਨੇ, ਮੇਰੇ ਵੱਲ ਇੱਕ ਚਿੜੀ ਨਹੀਂ ਦੇਖ ਰਹੀ, ਚਿੜੀ ਦੀਆਂ ਅੱਖਾਂ ਵਿੱਚ ਰੱਬ ਦੇਖਦਾ ਹੈ। ਇਹਨੂੰ ਕਹਿੰਦੇ ਨੇ ਭਾਵਨਾ। ਦੇਖੋ, ਪਿਛਲੇ ਸਮੇਂ ਵਿੱਚ ਬੜੀਆਂ ਹੀ ਦੁਖਾਂਤਿਕ ਘਟਨਾਵਾਂ ਪੰਜਾਬ ਵਿੱਚ ਵਾਪਰਦੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜੀ। ਉਸ ਤੋਂ ਵੀ ਪਹਿਲਾਂ ਸ਼ਾਇਦ ਅੱਜ ਬਹੁਤ ਸਾਰੇ ਲੋਕ ਭੁੱਲ ਗਏ ਹੋਣਗੇ, ਸ਼ਾਇਦ ਬਹੁਤ ਸਾਰਿਆਂ ਨੂੰ ਇਤਿਹਾਸ ਚੋਂ ਪਤਾ ਹੀ ਨਹੀਂ ਹੋਏਗਾ ਕਿ 1944-45 ਦੇ ਕਰੀਬ ਲੁਧਿਆਣੇ ਦੇ ਕੋਲ ਜਿਹੜੀ ਸੰਸਥਾ ਭੈਣੀ ਕੂਕੇ ਜਿਨ੍ਹਾਂ ਨੂੰ ਕਹਿੰਦੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਪੰਨਾ ਅਲੱਗ-ਅਲੱਗ ਕਰਕੇ ਲੋਕਾਂ ਨੂੰ ਵੰਡਤਾ ਸੀ 1.25 ਲੱਖ ਪਾਠ ਕਰਨ ਵਾਸਤੇ। ਕਿਉਂਕਿ ਸਾਡੇ ਅੰਦਰ ਪੜ੍ਹਨ ਦੀ ਰੁਚੀ ਨਾ ਹੋਣ ਕਰਕੇ ਸਾਨੂੰ ਇਤਿਹਾਸ ਅੰਦਰ ਵਾਪਰੀਆਂ ਘਟਨਾਵਾਂ ਭੁੱਲ ਜਾਂਦੀਆਂ ਜੀ। ਉਸ ਵੇਲੇ ਮਾਲਵੇ ਦੇ ਵਿੱਚ, ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ ਇਸ ਚੀਜ਼ ਦੀ ਬੜੀ ਇੱਕ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਤੇ ਉਸ ਸਿਆਸੀ ਚਾਲ ਦੇ ਵਿੱਚ ਉਹਨਾਂ ਨੂੰ ਬਚਾਇਆ ਗਿਆ। ਜੋ ਕੁਝ ਵੀ ਹੋਇਆ, ਇਸ ਤਰ੍ਹਾਂ ਦੀਆਂ ਭਾਵਨਾਵਾਂ ਵੀ ਹੁੰਦੀਆਂ ਨੇ। ਫਿਰ ਹੁਣ ਪ੍ਰਤੱਖ ਬੇਅਦਬੀਆਂ ਹੋਈਆਂ, ਬੇਅਦਬੀਆਂ ਕਰਵਾਈਆਂ ਗਈਆਂ। ਠੀਕ ਹੈ, ਇਹਦਾ ਮਤਲਬ ਅੰਦਰ ਕੋਈ ਭਾਵਨਾ ਨਹੀਂ ਉਹਨਾਂ ਦੇ ਅੰਦਰ। ਜਿਨ੍ਹਾਂ ਦੇ ਅੰਦਰ ਭਾਵਨਾ ਹੁੰਦੀ ਹੈ, ਉਹ ਕਹਿੰਦੇ ਨੇ ਗੁਰਬਾਣੀ ਦੇ ਅੱਖਰ ਗੁਰੂ ਨਾਨਕ ਪਾਤਸ਼ਾਹ ਦੀਆਂ ਅੱਖਾਂ ਨੇ। ਗੱਲ ਤੇ ਸਾਰੀ ਭਾਵਨਾ ਤੇ ਖੜੀ ਹੈ। ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਦਾ ਸਰੂਪ ਦਿਸਦੇ ਨੇ, ਇਦਾਂ ਲੱਗਦਾ ਕਿ ਮੈਂ ਗੁਰੂ ਕਲਗੀਧਰ ਸਾਹਿਬ ਜੀ ਦੇ ਸਨਮੁਖ ਬੈਠਾ, ਸ਼ਬਦ ਚੱਲ ਰਿਹਾ ਹੁੰਦਾ ਤੇ ਮੈਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਨਮੁਖ ਬੈਠਾ। ਗੱਲ ਭਾਵ ਇੱਥੇ ਇੱਕ ਭਾਵਨਾ ਇਹ ਦਿਖਾਈ ਗਈ ਕਿ ਜਿੰਨੇ ਵੀ ਜੀਵ ਮੈਨੂੰ ਦੇਖਦੇ ਨੇ, ਚਿੜੀ ਮੈਨੂੰ ਦੇਖਦੀ ਹੈ, ਮੈਨੂੰ ਜਾਨਵਰ ਦੇਖ ਰਿਹਾ, ਮੈਨੂੰ ਬੰਦੇ ਦੇਖ ਰਹੇ ਨੇ, ਉਹ ਰੱਬ ਦੀਆਂ ਅੱਖਾਂ ਨੇ। ਸਹਿਸ ਤਬ ਨੈਣ, ਇਹ ਹੈ ਭਾਵਨਾ, ਨਿਰਗੁਣ ਸਰੂਪ। ਉਂਝ ਜੇ ਕੋਈ ਕਵੇ ਵੀ ਆ ਰੱਬ ਦੀਆਂ ਅੱਖਾਂ ਨੇ, ਨੈਣ ਹੈ ਤੂੰ, ਉਂਝ ਕੋਈ ਵੀ ਉਹਦੀ ਅੱਖ ਨਹੀਂ ਹੈ, ਕਿਉਂਕਿ ਪਰਟੀਕੂਲਰ ਕਹਿ ਦੇ ਕਿ ਆ ਅੱਖ ਹੈ। ਇਹਨੂੰ ਮੈਂ ਇੱਕ ਹੋਰ ਵੀ ਜੋ ਇੱਕ ਹੈ ਘਟਨਾ ਕਰਮ ਕਾਂਡ ਵਿੱਚ ਖਿਸਕ ਜਾਂਦੀ ਹੈ। ਕਿਵੇਂ ਖਿਸਕਦੀ ਹੈ? ਕਈ ਵਾਰੀ ਕੋਈ ਬਜ਼ੁਰਗ ਕਿਸੇ ਵਿਅਕਤੀ ਦੇ ਸੁਭਾਅ ਨੂੰ ਦੇਖਦਾ ਹੈ, ਵਿਅਕਤੀ ਬੜਾ ਅੰਦਰੋਂ ਸੱਚਾ ਸੁੱਚਾ ਹੈ, ਭੋਲਾ ਸੁਭਾਅ ਹੈ, ਤੇ ਉਹ ਆਪਣੇ ਆਨੰਦ ਵਿੱਚ ਕਹਿੰਦਾ ਹੈ, ਕਹਿੰਦੇ ਨੇ ਰੱਬ ਦੇਖਣਾ। ਉਹ ਕਹਿੰਦਾ ਰੱਬ ਦੇਖਣਾ, ਰੱਬ ਨਾ ਦੇਖਣਾ। ਹੁਣ ਉਹ ਕਿਸ ਲਈ ਕਿਹਾ? ਉਹਦੇ ਸੁਭਾਅ ਲਈ, ਉਸ ਸੁਭਾਅ ਨੂੰ ਰੱਬ ਦਾ ਰੂਪ ਸਮਝ। ਪਰ ਉਹਨੂੰ ਕਰਮਕਾਂਡ 'ਚ ਕਿਵੇਂ ਲੈ ਜਾਂਦਾ? ਕਰਮਕਾਂਡ 'ਚ ਲੈ ਜਾਂਦਾ ਜੀ ਉਹ ਫਲਾਨਾ ਬੰਦਾ ਇਸ ਨੂੰ ਰੱਬ ਕਹਿ ਗਿਆ ਸੀ ਤੇ ਰੱਬ ਹੀ ਹੈ ਜੀ। ਇੱਥੇ ਇਹ ਨਖੇੜਾ ਕਰ ਦਿੱਤਾ ਗਿਆ। ਇਹ ਨਹੀਂ ਹੈ ਕਿ ਅਸੀਂ ਕਹੀਏ ਵੀ ਆਹ ਰੱਬ ਦੀਆਂ ਅੱਖਾਂ ਨੇ, ਨਹੀਂ ਨਹੀਂ, ਇਹ ਭਾਵਨਾ ਦੀ ਬਾਤ ਹੈ। ਜਿੰਨੀਆਂ ਵੀ ਅੱਖਾਂ ਮੈਨੂੰ ਦੇਖ ਰਹੀਆਂ ਨੇ, ਰੱਬ ਦੀਆਂ ਅੱਖਾਂ ਨੇ। ਸਹਸ ਮੂਰਤ ਨਨਾਇਕ ਤੋਂ ਹੀ ਜਿੰਨੇ ਵੀ ਰੂਪ ਨੇ, ਰੱਬ ਦੇ ਰੂਪ। ਐਬਸੋਲੂਟਲੀ। ਪਰ ਇਹ ਕਨਸੈਪਟ ਇੱਕ ਬੜਾ ਡੀਪ ਕਨਸੈਪਟ ਹੈਗਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਰੱਬ ਹਰ ਕਣ ਵਿੱਚ ਵਸਦਾ, ਅਸੀਂ ਸੁਣਦੇ ਹੈਗੇ ਹਾਂ। ਪਰ ਆਮ ਤੌਰ 'ਤੇ ਸਾਡੇ ਮਨਾਂ 'ਚ ਇੱਕੋ ਹੀ ਗੱਲ ਬਿਠਾਈ ਗਈ ਹੈ, ਜਦੋਂ ਵੀ ਕੋਈ ਅਸੀਂ ਧੰਨਵਾਦ ਕਰਨਾ ਹੋਏ ਜਾਂ ਉਲਾਮਾ ਕਰਨਾ ਹੋਏ ਤਾਂ ਅਸੀਂ ਹਮੇਸ਼ਾ ਹੀ ਉੱਤੇ ਨੂੰ ਦੇਖਦੇ ਹੈਗੇ ਹਾਂ, ਜਾਂ ਅਸੀਂ ਸਮਝਦੇ ਇੱਕ ਪਰਟੀਕੂਲਰ ਥਾਂ, ਮੰਦਰ, ਗੁਰਦੁਆਰਾ, ਮਸਜਿਦ, ਇਹ ਬਹੁਤ ਇੰਪੋਰਟੈਂਟ ਥਾਵਾਂ ਨੇ ਜਿੱਥੋਂ ਸਾਨੂੰ ਗਿਆਨ ਮਿਲਦਾ ਹੈ। ਲੇਕਿਨ ਅਸੀਂ ਕਈ ਵਾਰੀ ਸਿਰਫ ਮਹਿਦੂਦ ਕਰ ਦਿੰਦੇ ਹਾਂ ਰੱਬ ਨੂੰ ਇਹਨਾਂ ਥਾਵਾਂ ਦੇ ਵਿੱਚ ਹੀ। ਲੇਕਿਨ ਜੇਕਰ ਇਹ ਕਨਸੈਪਟ ਸਾਡੇ ਵਿੱਚ ਸਮਝ ਸਾਨੂੰ ਆ ਜਾਏ ਤਾਂ ਫਿਰ ਡੈਫੀਨੇਟਲੀ ਅਸੀਂ ਕਿਸੇ ਨਾਲ ਭੇਦਭਾਵ ਨਹੀਂ ਕਰਾਂਗੇ, ਅਸੀਂ ਕੋਈ ਲੁੱਟ ਖੋਹ ਨਹੀਂ ਕਰਾਂਗੇ, ਅਸੀਂ ਕਿਸੇ ਨਾਲ ਹੇਰਾਫੇਰੀ ਨਹੀਂ ਕਰਾਂਗੇ, ਅਸੀਂ ਸਭ ਵਿੱਚ ਹੀ ਰੱਬ ਨੂੰ ਵੇਖਾਂਗੇ ਅਤੇ ਰੱਬ ਦੇ ਦਰਸ਼ਨ ਜਿਹੜੇ ਹੈਗੇ ਨੇ ਉਹ ਸਾਨੂੰ ਸਭ ਵਿੱਚੋਂ ਹੀ ਹੋ ਜਾਣਗੇ। ਅਗੇਨ ਭਾਈ ਸਾਹਿਬ, ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਜੀ, ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਤੋਰਦੇ ਹਾਂ ਅਤੇ ਅੱਗੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਾਨੂੰ ਸ਼ਬਦ ਵਿੱਚ, ਉਸ ਬਾਰੇ ਆਪਣੇ ਸਰੋਤਿਆਂ ਨਾਲ ਸਾਂਝ ਪਾਉਂਦੇ ਹਾਂ ਜੀ। For close to 50 years, Simpson Thomas has had the privilege of serving members of the Indo-Canadian community, the victims of car accidents. ਆਰਡਰ ਆਫ ਕੈਨੇਡਾ ਦੇ ਨਾਲ ਸਨਮਾਨਿਤ ਬਰਨੀ ਸਿੰਪਸਨ ਦੇ ਤਜਰਬੇ ਦਾ ਫਾਇਦਾ ਲੈ ਕੇ ਗੱਡੀਆਂ ਦੇ ਐਕਸੀਡੈਂਟਸ ਦੇ ਪੀੜਤ ਲੋਅਰ ਮੇਨਲੈਂਡ ਵਿੱਚ ਤਸੱਲੀਬਖਸ਼ ਸਲਾਹ ਤੇ ਸੇਵਾਵਾਂ ਲੈ ਸਕਦੇ ਹਨ। ਇਹਨਾਂ ਦਾ ਮਕਸਦ ਤੁਹਾਡੀ ਪਰਸਨਲ ਇੰਜਰੀ ਲਈ ICBC ਤੋਂ ਵੱਧ ਮੁਆਵਜ਼ਾ ਲੈ ਕੇ ਦੇਣ ਦਾ ਹੈ। ਅੱਜ ਹੀ ਫੋਨ ਕਰੋ 6046898888। Soon the ICBC will be implementing legislation which will severely affect your rights to get a just settlement. We'll be there for you. ਘਰ ਵੇਚਣ ਜਾਂ ਖਰੀਦਣ ਦੀ ਸੋਚ ਰਹੇ ਹੋ ਤਾਂ ਯਾਦ ਰੱਖੋ ਇੱਕੋ ਹੀ ਨਾਮ ਸੈਂਚੁਰੀ 21 ਦੇ ਸਮੀਰ ਕੌਸ਼ਲ ਤੁਹਾਨੂੰ ਸਹੀ ਸਲਾਹ ਦਿੰਦੇ ਹਨ। ਲੰਮੇ ਸਮੇਂ ਦਾ ਤਜਰਬਾ ਰੱਖਣ ਵਾਲੇ ਇਮਾਨਦਾਰ ਤੇ ਮਿਹਨਤੀ ਰੀਅਲਟਰ ਵਜੋਂ ਸਮੀਰ ਕੌਸ਼ਲ ਦੀ ਪਹਿਚਾਣ ਕਮਿਊਨਿਟੀ ਵਿੱਚ ਹੁੰਦੀ ਹੈ। ਕੌਂਡੋਜ਼, ਟਾਊਨ ਹਾਊਸ, ਘਰ, ਇਨਵੈਸਟਮੈਂਟ ਪ੍ਰਾਪਰਟੀ ਜਾਂ ਕਮਰਸ਼ੀਅਲ ਪ੍ਰਾਪਰਟੀ ਤੁਹਾਨੂੰ ਲੈ ਕੇ ਦੇ ਸਕਦੇ ਹਨ। ਪ੍ਰੀ ਮਾਰਕੀਟ ਵੈਲਿਊਏਸ਼ਨ ਲਈ ਅੱਜ ਹੀ ਸੰਪਰਕ ਕਰੋ
Sameer Kaushal 6048979575 604 897 9575। Remedios and Company ਦੇ 18 ਵਕੀਲ ਆਪਣੇ ਕਿੱਤੇ ਵਿੱਚ ਮਹਾਰਤ ਰੱਖਦੇ ਹਨ ਅਤੇ ਐਂਥਨੀ ਰੈਮੀਡੀਓਜ਼ ਦੇ 30 ਸਾਲ ਦੇ ਤਜਰਬੇ ਹੇਠ ਕੰਮ ਕਰਦੇ ਇਹ ਵਕੀਲ ਕਾਰਪੋਰੇਟ ਬਿਜ਼ਨਸ, ਫੈਮਿਲੀ ਲਾਅ, ਵਿਲਸ, ਰੀਅਲ ਏਸਟੇਟ ਬਿਜ਼ਨਸ, ਮਰਜਰਸ ਅਤੇ ਐਕੁਜ਼ੀਸ਼ਨਸ ਬਾਰੇ ਸਹੀ ਸਲਾਹ ਦਿੰਦੇ ਹਨ। ਵੈਂਕੂਵਰ ਡਾਊਨਟਾਊਨ ਵਿੱਚ ਕਾਮਯਾਬੀ ਤੋਂ ਬਾਅਦ ਹੁਣ ਸਰੀ, ਬਰਨਬੀ ਤੇ ਰਿਚਮੰਡ ਵਿੱਚ ਵੀ ਇਹ ਸੇਵਾਵਾਂ ਦੇ ਰਹੇ ਹਨ। ਇਹਨਾਂ ਦੇ ਦਫ਼ਤਰ ਚੰਡੀਗੜ੍ਹ, ਮਨੀਲਾ ਤੇ ਸ਼ੰਘਾਈ ਵਿੱਚ ਵੀ ਹਨ। ਛੋਟਾ ਹੋਵੇ ਜਾਂ ਵੱਡਾ ਕੇਸ, ਯਾਦ ਰੱਖੋ ਰੈਮੀਡੀਓਜ਼ ਐਂਡ ਕੰਪਨੀ ਫੀਸ ਬਹੁਤ ਵਾਜਬ ਲੈਂਦੇ ਹਨ। 6046889537। ਸ਼ਾਈਨ ਫੈਮਿਲੀ ਡੈਂਟਲ ਕਲੀਨਿਕ ਡਾਕਟਰ ਸਤਪ੍ਰੀਤ ਸਿੰਘ ਦੀ ਦੇਖਰੇਖ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਤੁਹਾਡੇ ਦੰਦਾਂ ਦੀ ਸਹੀ ਕੇਅਰ ਕਰਦੇ ਹਨ। ਇਹਨਾਂ ਦੀ ਸੇਵਾਵਾਂ ਵਿੱਚ ਦੰਦਾਂ ਨੂੰ ਸਾਫ਼ ਕਰਨਾ, ਕਰਾਊਨਸ, ਬ੍ਰਿਜਸ, ਡੈਂਟਲ ਇੰਪਲਾਂਟਸ, ਰੂਟ ਕਨਾਲ, ਡੈਂਚਰਸ, ਬੌਂਡਿੰਗ ਅਤੇ ਵਨੀਰਸ, ਐਕਸਟ੍ਰੈਕਸ਼ਨਸ, ਬੋਨ ਗ੍ਰੈਫਟਿੰਗ ਆਦਿ ਸ਼ਾਮਲ ਹਨ। ਬੱਚਿਆਂ ਦੀ ਡੈਂਟਿਸਟਰੀ ਦੇ ਵੀ ਮਾਹਰ ਹਨ। ਇਹ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟਲੀ ਬਿੱਲ ਭੇਜਦੇ ਹਨ ਤੇ ਤੁਹਾਨੂੰ ਘੱਟ ਤੋਂ ਘੱਟ ਚਾਰਜ ਕਰਨ ਦਾ ਵਾਅਦਾ ਕਰਦੇ ਹਨ। ਫॉर ਸਪੈਸ਼ਲ ਸ਼ਾਈਨ ਐਂਡ ਸਮਾਈਲ 604 503 0320 ਤੇ ਕਾਲ ਕਰੋ। ਕਿੰਗ ਜਾਰਜ ਸੁਪਰ ਸਟੋਰ ਦੇ ਕੋਲ, ਯੂਨਿਟ 370, 7488 ਕਿੰਗ ਜਾਰਜ ਬੁਲੇਵਾਰਡ, ਸਰੀ। ਦਰਦ ਤੋਂ ਆਰਾਮ ਐਲੋਪੈਥਿਕ ਦਵਾਈਆਂ ਖਾਣ ਨਾਲ ਆ ਤਾਂ ਜਾਂਦਾ ਹੈ, ਪਰ ਇਸ ਦੇ ਸਾਈਡ ਇਫੈਕਟਸ ਵੀ ਹੁੰਦੇ ਹਨ। ਨੈਚੁਰਲ ਤਰੀਕੇ ਦੇ ਸਪਲੀਮੈਂਟਸ ਨਾਲ ਤੁਹਾਡੀ ਦਰਦ ਨੂੰ ਜੜੋਂ ਖਤਮ ਕਰਨ ਵਿੱਚ ਮਾਰਕਸ ਫਾਰਮੇਸੀ ਦੇ ਹਿੰਦੀ ਪੰਜਾਬੀ ਬੋਲਣ ਵਾਲੇ ਸਟਾਫ ਤੁਹਾਡੀ ਮਦਦ ਕਰ ਸਕਦੇ ਹਨ। ਇਹ ਆਪਣੇ ਪ੍ਰੋਡਕਟਸ ਕੈਨੇਡਾ ਦੇ ਹਰ ਹਿੱਸੇ ਵਿੱਚ ਵੀ ਭੇਜਦੇ ਹਨ। ਅਪਾਇੰਟਮੈਂਟ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 604 596 17। ਇਹ ਅਧਿਆਤਮਕ 74 ਜਾਂ ਫਿਰ ਵਿਜ਼ਿਟ ਕਰੋ 8035 120 ਸਟਰੀਟ ਡੈਲਟਾ। ਦਰਦ ਨੂੰ ਜੜੋਂ ਖਤਮ ਕਰੋ। ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਦਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਸ਼ਾਮਲ ਹੋ ਜੀ ਤੁਸੀਂ ਦਾ ਹਰਪ੍ਰੀਤ ਸਿੰਘ ਸ਼ੋਅ ਵਿੱਚ ਤੇ ਮੇਰੇ ਨਾਲ ਸਾਦਰ ਨੇ ਭਾਈ ਰਾਮ ਸਿੰਘ ਰਜਾਈਨਾ ਤੋਂ। ਹਰ ਫਰਾਈਡੇ ਦੀ ਸ਼ਾਮ ਨੂੰ ਹਰ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ ਉਸ ਦੀ ਸਾਂਝ ਪਾਈ ਜਾਂਦੀ ਹੈ। ਤੁਹਾਡਾ ਧੰਨਵਾਦੀ ਹਾਂ ਕਿ ਤੁਹਾਡੇ ਵੱਲੋਂ ਜੋ ਪਿਆਰ ਮੁਹੱਬਤ ਮਿਲਦੀ ਉਸ ਦੇ ਬਦਲੇ ਦੇ ਵਿੱਚ ਇਹ ਪ੍ਰੋਗਰਾਮਸ ਜੋ ਤੁਹਾਡੇ ਤੱਕ ਪਹੁੰਚਦੇ ਨੇ ਤੇ ਨਾਲ ਹੀ ਭਾਈ ਸਾਹਿਬ ਦਾ ਵੀ ਜਿਹੜੇ ਸਮਾਂ ਕੱਢਦੇ ਨੇ ਹਰ ਫਰਾਈਡੇ ਨੂੰ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਸਾਂਝ ਪਾਇਆ ਕਰਨੇ। ਸੋ ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲ ਚੱਲ ਰਹੀ ਸੀ ਜੀ ਕਿ ਰੱਬ ਦੇ ਵੱਖਰੇ ਵੱਖਰੇ ਰੂਪ ਜਿਹੜੇ ਹੈਗੇ ਨੇ, ਪਰ ਸਾਡੇ ਮਨਾਂ 'ਚ ਜਿਹੜੀ ਗੱਲ ਬੈਠੀ ਪਈ ਹੈ ਇਹ ਸਾਡੇ 'ਤੇ ਕਈ ਵਾਰੀ ਭਾਰੂ ਹੋ ਜਾਂਦੀ ਹੈਗੀ। ਸੋ ਇਸ ਸ਼ਬਦ 'ਚੋਂ ਅਸੀਂ ਕੀ ਗ੍ਰਹਿਣ ਕਰਨਾ ਹੈ, ਉਸ ਉੱਤੇ ਹੋਰ ਕੀ ਦੱਸਣਾ ਚਾਹੋਗੇ ਭਾਈ ਸਾਹਿਬ? ਹਾਂਜੀ ਵੀਰ ਜੀ, ਸ਼ੁਕਰ ਵਾਹਿਗੁਰੂ ਜੀ ਦਾ। ਜਿਹੜਾ ਫੋਕਸ ਹੁੰਦਾ ਨਾ ਉਹ ਬੜਾ ਮਾਇਨੇ ਰੱਖਦਾ ਹੈ ਜੀ। ਹੁਣ ਬ੍ਰਿਕਸ਼ ਨੇ, ਵੱਖ-ਵੱਖ ਬ੍ਰਿਕਸ਼ ਨੇ। ਇੱਕ ਬੰਦਾ ਕਹਿੰਦਾ ਹੈ ਕਿ ਮੈਨੂੰ ਤਾਂ ਅੰਬ ਬੜੇ ਚੰਗੇ ਲੱਗਦੇ ਨੇ, ਇੱਕ ਕਹਿੰਦਾ ਮੈਨੂੰ ਅਨਾਰ ਬੜੇ ਚੰਗੇ ਲੱਗਦੇ ਨੇ, ਇੱਕ ਕਹਿੰਦਾ ਮੈਨੂੰ ਸੰਤਰੇ ਬੜੇ ਚੰਗੇ ਲੱਗਦੇ ਨੇ, ਇੱਕ ਕਹਿੰਦਾ ਮੈਨੂੰ ਗ੍ਰੀਨਰੀ ਚੰਗੀ ਲੱਗਦੀ ਹੈ। ਜਦੋਂ ਤੁਹਾਡਾ ਫੋਕਸ ਅਸਲੀ ਜੜ ਨਾਲ ਜੁੜ ਗਿਆ ਤਾਂ ਫਿਰ ਸਭ ਕੁਝ ਹੀ ਚੰਗਾ ਲੱਗਣ ਲੱਗ ਪਿਆ। ਜਿਹਨੂੰ ਗ੍ਰੀਨਰੀ ਚੰਗੀ ਲੱਗਦੀ ਹੈ ਉਹਨੂੰ ਤਾਂ ਫਿਰ ਹਰ ਤਰ੍ਹਾਂ ਦਾ ਬ੍ਰਿਕਸ਼, ਹਰ ਤਰ੍ਹਾਂ ਦੇ ਪੱਤੇ ਚੰਗੇ ਲੱਗਦੇ। ਇਸੇ ਤਰ੍ਹਾਂ ਕੋਈ ਕਹਿੰਦਾ ਮੈਨੂੰ ਤਾਂ ਸੋਨੇ ਦਾ ਕੜਾ ਬੜਾ ਚੰਗਾ ਲੱਗਦਾ ਹੈ, ਕੋਈ ਕਹਿੰਦਾ ਮੈਨੂੰ ਤੇ ਮੁੰਦਰੀ ਬੜੀ ਚੰਗੀ ਲੱਗਦੀ ਹੈ, ਕੋਈ ਕਹਿੰਦਾ ਮੈਨੂੰ ਤੇ ਗਲੇ ਦਾ ਹਾਰ ਬੜਾ ਚੰਗਾ ਲੱਗਦਾ ਹੈ, ਇੱਕ ਕਹਿੰਦਾ ਮੈਨੂੰ ਸੋਨਾ ਬੜਾ ਚੰਗਾ ਲੱਗਦਾ ਹੈ। ਜਦੋਂ ਸੋਨੇ ਤੇ ਫੋਕਸ ਹੋ ਗਿਆ ਤੇ ਸਾਰੇ ਚੰਗੇ ਲੱਗਣ ਲੱਗ ਜੀ, ਗ੍ਰੀਨਰੀ ਤੇ ਫੋਕਸ ਹੋ ਗਿਆ ਤੇ ਸਾਰੇ ਚੰਗੇ ਲੱਗਣ ਲੱਗ। ਇਸੇ ਤਰ੍ਹਾਂ ਫੋਕਸ ਵਾਹਿਗੁਰੂ ਜੀ ਵੱਲ ਦਬਾਇਆ ਗਿਆ ਇਸ ਵਿੱਚ। ਹੁਣ ਪਹਿਲੀ ਪੰਕਤੀ ਵਿੱਚ ਕਿਹਾ ਸਾਰਿਆਂ ਦੀਆਂ ਅੱਖਾਂ ਰੱਬ ਦੀਆਂ ਅੱਖਾਂ ਨੇ, ਮੈਨੂੰ ਦੇਖ ਰਿਹਾ ਰੱਬ। ਫਿਰ ਕਿਹਾ ਸਾਰੇ ਉਹਦੇ ਰੂਪ ਨੇ, ਸਹਿ ਸਮੂਰਤ ਨਨਾ ਏਕ ਤੋਂ ਹੀ, ਜੋ ਵੀ ਵਾਪਰਿਆ। ਇਹਨੂੰ ਆਪਾਂ ਜੇ ਪਹਿਲੇ ਸ਼ਬਦ ਨਾਲ ਜੋੜੀਏ, ਉੱਥੇ ਕਿਹਾ ਸੀ ਗਿਆਨ ਦੇ ਰੂਪ ਵੱਖਰੇ ਨੇ। ਜੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਗਿਆਨ ਵੱਖ-ਵੱਖ ਤਰ੍ਹਾਂ ਦੇ ਨੇ ਤੇ ਰੱਬ ਦੀਆਂ ਅੱਖਾਂ ਹੀ ਨੇ। ਜਿਹੜਾ ਗਿਆਨ ਸੋਝੀ ਦਬਾ ਗਿਆ ਉਹ ਰੱਬ ਦੀਆਂ ਅੱਖਾਂ ਨੇ। ਦੂਸਰਾ ਹੈ ਰੂਪ, ਉਹ ਗਿਆਨ ਜਿਸ ਸੋਰਸ ਤੋਂ ਆ ਰਿਹਾ ਹੈ ਉਹ ਰੱਬ ਦਾ ਰੂਪ ਹੈ। ਫਿਰ ਸਹਿਸ ਪਦ ਬਿਮਾਲ ਨਨ ਏਕ ਪਦ। ਪਦ ਹੁੰਦਾ ਪੈਰ, ਚਰਨ। ਚਰਨ ਤੁਰਨ ਵਾਸਤੇ ਹੁੰਦੇ ਨੇ, ਅੱਗੇ ਵਧਣ ਵਾਸਤੇ ਹੁੰਦੇ ਨੇ, ਤੇ ਰੱਬ ਦੇ ਗੁਣ ਚਰਨ ਨੇ। ਬਿਮਲ, ਉਹ ਕਦੀ ਮੈਲੇ ਨਹੀਂ ਹੁੰਦੇ। ਮੇਰੇ ਅੰਦਰ ਕ੍ਰੋਧ ਆ ਗਿਆ ਪਰ ਅੰਦਰ ਬੈਠੀ ਹੋਈ ਸਹਿਨਸ਼ੀਲਤਾ ਕਦੀ ਮੈਲੀ ਨਹੀਂ ਹੁੰਦੀ। ਬਿਲਕੁਲ। ਮੇਰੇ ਅੰਦਰ ਨਫ਼ਰਤ ਆ ਗਈ ਪਰ ਅੰਦਰ ਬੈਠਾ ਹੋਇਆ ਪਿਆਰ ਕਦੀ ਮੈਲਾ ਨਹੀਂ ਹੁੰਦਾ। ਮੇਰੇ ਅੰਦਰ ਹੰਕਾਰ ਆ ਗਿਆ, ਅੰਦਰ ਬੈਠੀ ਨਿਮਰਤਾ ਕਦੀ ਮੈਲੀ ਨਹੀਂ ਹੁੰਦੀ। ਸਹਿਸ ਪਦ ਬਿਮਲ, ਅਣਗਿਣਤ ਨੇ, ਅਣਗਿਣਤ ਗੁਣਾ ਰੂਪੀ ਚਰਨ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ। ਨਨ ਏਕ ਪਦ,
ਉਂਝ ਅਸੀਂ ਕਹੀਏ ਕਿ ਆਹ ਰੱਬ ਦਾ ਚਰਨ ਹੈ, ਇਦਾਂ ਦਾ ਕੋਈ ਵੀ ਨਹੀਂ ਹੈ। ਇਹ ਭਾਵਨਾ ਦੇ ਰੂਪ ਵਿੱਚ ਨਿਰਗੁਣ ਸਰੂਪ ਦੇ ਵਿੱਚ ਨੇ। ਫਿਰ ਗੰਧ ਬਿਨ ਸਹਸ ਤਵ ਗੰਧ, ਗੰਧ ਹੁੰਦਾ ਹੈ ਨੱਕ, ਜਿਹੜਾ ਸੁੰਘਦਾ ਹੈ, ਸੁਗੰਧੀ। ਰੱਬ ਦੇ ਨੱਕ ਅਣਗਿਣਤ ਨੇ, ਜੀ ਭਾਵ ਗੁਣਾਂ ਦੀ ਸੁਗੰਧੀ। ਦੇਖੋ, ਮਹਿਸੂਸ ਕਰ ਲੈਣਾ ਇਹਦੇ ਚ ਗੁਣ ਨੇ ਤੇ ਤੁਹਾਨੂੰ ਇੱਕ ਤਰੰਗਾਂ ਆਉਣਗੀਆਂ। ਐਬਸੋਲੂਟਲੀ। ਜਿਸ ਬੰਦੇ ਦੇ ਗੁਣ, ਮੈਂ ਫਿਰ ਕਹਾਂ, ਜਦੋਂ ਭਾਵਨਾ ਮਰ ਜਾਵੇ ਨਾ, ਪਿਆਰ ਮਰ ਜਾਵੇ, ਤਾਂ ਅੰਦਰ ਨਫ਼ਰਤ ਜਨਮ ਲੈਂਦੀ ਹੈ। ਪਿਛਲੇ ਹਫ਼ਤੇ ਤੁਸੀਂ ਟੱਚ ਕੀਤਾ ਸੀ, ਆਪਾਂ ਅਗਲੇ ਐਪੀਸੋਡ ਵਿੱਚ ਜ਼ਰੂਰ ਉਸ ਨੂੰ ਵਿਚਾਰਾਂਗੇ, ਅੰਦਰਲਾ ਜਨਮ ਮਰਨ ਕਿਵੇਂ ਚੱਲਦਾ ਹੈ ਇਸ ਦੇ ਨਾਲ। ਐਬਸੋਲੂਟਲੀ। ਜਦੋਂ ਪਿਆਰ ਮਰ ਗਿਆ, ਬੰਦਾ ਉਹੀ ਹੈ, ਬੰਦੇ ਵਿੱਚ ਗੁਣ ਉਹੀ ਨੇ, ਉਹ ਪਰਉਪਕਾਰ ਉਹੀ ਕਰ ਰਿਹਾ, ਹੁਣ ਉਹਦੀਆਂ ਸੁਗੰਧੀਆਂ ਨਹੀਂ ਆ ਰਹੀਆਂ, ਨੱਕ ਨਹੀਂ ਹੈ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਗੁਣਾਂ ਦੀਆਂ ਸੁਗੰਧੀਆਂ ਨੂੰ ਮਹਿਸੂਸ ਕਰਨਾ, ਬਖਸ਼ਿਸ਼ਾਂ ਦੀਆਂ ਸੁਗੰਧੀਆਂ ਨੂੰ ਮਹਿਸੂਸ ਕਰਨਾ। ਅਣਗਿਣਤ ਉਹਦੇ ਇਸ ਤਰ੍ਹਾਂ ਦੇ ਨੱਕ ਨੇ, ਉਂਝ ਇੱਕ ਵੀ ਨਹੀਂ ਗੰਧ ਬਿਨ। ਕੋਈ ਕਹੇ ਕਿ ਆਪ ਪ੍ਰੋਪਰਲੀ ਰੱਬ ਦਾ ਨੱਕ ਹੈ। ਇਹ ਵਿਚਲਤ ਮੋਹੀ ਇਸ ਤਰ੍ਹਾਂ ਦੇ ਚਰਿੱਤਰਾਂ ਨੇ, ਇਸ ਤਰ੍ਹਾਂ ਦੇ ਕੌਤਕਾਂ ਨੇ ਮੇਰੇ ਮਨ ਨੂੰ ਮੋਹ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਸਾਹਮਣੇ ਕਹਿੰਦੇ ਨੇ, ਮੈਂ ਰੱਬ ਨੂੰ ਇਸ ਤਰੀਕੇ ਨਾਲ ਤੱਕਿਆ, ਉਹਦੇ ਗਿਆਨ ਰੂਪੀ ਅੱਖਾਂ ਨੂੰ ਤੱਕਿਆ। ਹੁਣ ਦੇਖਿਆ ਜਾਵੇ ਤਾਂ ਗਿਆਨ ਕਿਸੇ ਚਿੜੀ ਤੋਂ ਵੀ ਮਿਲ ਸਕਦਾ ਹੈ, ਅੰਦਰ ਉਹ ਸੋਝੀ ਦੀਆਂ ਅੱਖਾਂ ਨਹੀਂ ਤੇ ਸਕੀ ਮਾਂ ਤੋਂ ਵੀ ਨਹੀਂ ਮਿਲਦਾ। ਬਿਲਕੁਲ। ਅੰਦਰ ਅਗਰ ਸੋਝੀ ਦੀਆਂ ਅੱਖਾਂ ਆ ਜਾਣ, ਉਹੀ ਰੱਬ ਦੀਆਂ ਅੱਖਾਂ ਨੇ, ਉਹੀ ਰੱਬ ਦੇ ਨੇਤਰ ਨੇ। ਅਗਰ ਸੋਝੀ ਦੀਆਂ ਅੱਖਾਂ ਆ ਗਈਆਂ ਨਾ, ਫਿਰ ਤਾਂ ਇੱਕ ਗਰੀਬੜੇ ਵਿੱਚੋਂ ਵੀ ਰੱਬ ਦਿਸੇਗਾ, ਨਹੀਂ ਤਾਂ ਗੁਰੂ ਵਿੱਚੋਂ ਵੀ ਰੱਬ ਨਹੀਂ ਦਿਸਦਾ। ਜੀ। ਸਭ ਮਹਿ ਜੋਤ ਜੋਤ ਹੈ ਸੋਈ। ਹੁਣ ਉਹ ਗੁਣ ਵੀ ਜੋਤ ਨੇ, ਬਖਸ਼ਿਸ਼ਾਂ ਵੀ ਜੋਤ ਹੈ, ਗਿਆਨ ਵੀ ਜੋਤ ਹੈ, ਹਰ ਇੱਕ ਦੇ ਅੰਦਰ ਹੈ। ਆਤਮਾ ਜਿਹਦੇ ਨਾਲ ਸਰੀਰ ਚੱਲਦਾ ਹੈ, ਇਹ ਉਹਦੀ ਪ੍ਰਤੱਖ ਜੋਤ ਹੈ। ਉਹ ਸ਼ਕਤੀ ਜਿਸ ਕਰਕੇ ਉਹ ਸਰੂਪ ਦਿਸਦਾ ਹੈ। ਬ੍ਰਿਕਸ਼ ਦੇ ਅੰਦਰ ਇੱਕ ਸ਼ਕਤੀ ਬੈਠੀ ਹੈ ਜਿਹੜੀ ਜੜ ਵਿੱਚ ਹੈ, ਤੇ ਕੁਦਰਤ ਸਾਨੂੰ ਸਿਖਾ ਰਹੀ ਹੈ ਕਿ ਜਦੋਂ ਬ੍ਰਿਕਸ਼ ਉਸ ਜੜ ਤੋਂ ਨਾਤਾ ਤੋੜਦਾ ਹੈ ਨਾ, ਪੱਤੇ ਪੀਲੇ ਹੋ ਜਾਂਦੇ ਨੇ, ਸੁੱਕ ਕੇ ਟੁੱਟ ਜਾਂਦੇ ਨੇ। ਫੁੱਲਾਂ ਦਾ ਰਸ, ਫੁੱਲਾਂ ਦਾ ਰੰਗ ਖਤਮ ਹੋ ਜਾਂਦਾ ਹੈ, ਫਲਾਂ ਦਾ ਰਸ ਖਤਮ ਹੋ ਜਾਂਦਾ। ਉਹ ਜਿਹੜੀ ਸ਼ਕਤੀ ਹੈ ਨਾ, ਉਹ ਹਰ ਇੱਕ ਦੇ ਅੰਦਰ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ। ਉਸੇ ਕਰਕੇ ਹੀ ਇੱਥੇ ਚਾਨਣ ਦੇ ਅਰਥ ਹੈ ਸੋਝੀ। ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਜ਼ਿੰਦਗੀ ਵਿੱਚ ਆ ਜਾਵੇ ਤੇ ਮਹਿਸੂਸ ਹੋਏਗੀ ਉਹ ਜੋਤ। ਜੋਤਿਸ ਭਾਵ ਹੈ ਸੋ ਆਰਤੀ ਹੋਈ। ਇੱਥੇ ਸਤਿਗੁਰੂ ਜੀ ਕਹਿੰਦੇ ਸਾਨੂੰ ਆਰਤੀ ਕਰਨ ਦੀ ਲੋੜ ਨਹੀਂ, ਆਰਤੀ ਤਾਂ ਹਰ ਵੇਲੇ ਹੋ ਰਹੀ ਹੈ। ਜੇ ਤੁਸੀਂ ਆਰਤੀ ਕਰਨੀ ਹੈ ਤੇ ਆਰਤੀ ਪਤਾ ਕਿਹੜੀ ਹੈ? ਜੋਤਿਸ ਭਾਵ ਹੈ। ਉਹਨੇ ਇੱਕ ਵਿਧਾਨ ਬਣਾਇਆ, ਉਹਦੇ ਵਿਧਾਨ ਨੂੰ ਸਮਝੀਏ, ਉਹਦੇ ਵਿਧਾਨ ਅਨੁਸਾਰ ਚੱਲੀਏ। ਜਿਹਨੂੰ ਜਪਜੀ ਸਾਹਿਬ ਵਿੱਚ ਕਿਹਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜੇ ਕਰਨੀ ਹੈ ਤੇ ਆਹ ਆਰਤੀ ਕਰੋ। 3 ਪਦਿਆਂ ਤੱਕ ਗੱਲ ਕਹਿ ਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਅਵਸਥਾ ਕਹਿ ਰਹੇ ਨੇ। ਮੇਰੇ ਮਨ ਦੇ ਅੰਦਰ ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਆਨੰਦ ਨ ਮੋਹਿਆਈ ਪਿਆਸਾ। ਮੇਰਾ ਮਨ ਭਵਰਾ ਬਣ ਗਿਆ ਜੀ। ਗੁਣਾਂ ਦਾ ਰਸ, ਰੱਬੀ ਗਿਆਨ ਦਾ ਰਸ, ਉਹ ਰਸ ਨੂੰ ਚੂਸਣ ਦਾ ਇਹ ਪਿਆਸਾ ਬਣ ਗਿਆ, ਅੰਦਰ ਪਿਆਸ ਬਣ ਗਈ ਹੈ। ਤੇ ਅਖੀਰ ਤੇ ਅਰਦਾਸ ਕਰਦੇ, ਕਿਰਪਾ ਜਲ ਦੇ ਨਾਨਕ ਸਾਰੰਗ ਹੋਏ ਜਾਤੇ ਤੇਰਾ ਨਾਏ ਵਾਸਾ। ਕਿਰਪਾ ਕਰੋ ਵਾਹਿਗੁਰੂ ਜੀ, ਮੇਰਾ ਮਨ ਪਿਆਸਾ ਹੋ ਗਿਆ, ਮੈਨੂੰ ਬਖਸ਼ਿਸ਼ ਦਾ ਜਲ ਦੇ ਦਿਓ, ਜਾਂ ਤਾਂ ਕਿ ਮੇਰਾ ਮਨ ਇੱਥੇ ਟਿਕਿਆ ਰਵੇ, ਫੋਕਸ ਬਣਿਆ ਰਵੇ। ਇਹਦੇ ਵਿੱਚ ਅਰਦਾਸ ਕਰਨੀ ਸਿਖਾਈ, ਜ਼ਿੰਦਗੀ ਜਿਉਣੀ ਸਿਖਾਈ। ਰੱਬ ਦੇ ਨਿਯਮ ਅਨੁਸਾਰ ਜ਼ਿੰਦਗੀ ਜਿਉਣੀ ਆਰਤੀ ਹੈ। ਜਿਸ ਨੂੰ ਇਹ ਸਮਝ ਆ ਗਈ ਨਾ, ਰੱਬ ਦੇ ਨਿਯਮ ਅਨੁਸਾਰ ਜ਼ਿੰਦਗੀ ਜਿਉਣੀ ਆਰਤੀ ਹੈ ਜੀ, ਉਹਨੂੰ ਫਿਰ ਦੁਨਿਆਵੀ ਆਰਤੀਆਂ ਕਰਨ ਦੀ ਲੋੜ ਨਹੀਂ ਰਹਿ ਜਾਏਗੀ। ਮੈਨੂੰ ਤੇ ਇਦਾਂ ਲੱਗਦਾ ਕਰਮ ਕਾਂਡ ਫੈਲਦਾ ਹੀ ਉਦੋਂ ਹੈ ਜਦੋਂ ਸਾਡੀ ਇੰਟਰਪ੍ਰੀਟੇਸ਼ਨ, ਜਦੋਂ ਸਾਡੀ ਐਕਸਪਲੇਨੇਸ਼ਨ ਇਨਕੰਪਲੀਟ ਹੁੰਦੀ ਹੈ। ਬਿਲਕੁਲ ਭਾਈ ਸਾਹਿਬ, ਸਹੀ ਤੁਸੀਂ ਕਿਹਾ। ਬਿਲਕੁਲ ਐਬਸੋਲੂਟਲੀ ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਅਸਲ ਵਿੱਚ ਅਸੀਂ ਬਾਣੀ ਨੂੰ ਸਿਰਫ ਪੜ੍ਹਨ ਤੱਕ ਜਦੋਂ ਤੱਕ ਸੀਮਿਤ ਰੱਖਤਾ। ਪੜ੍ਹਨਾ ਬਹੁਤ ਜ਼ਰੂਰੀ ਹੈ, ਲੇਕਿਨ ਪੜ੍ਹਨ ਤੋਂ ਅਗਲੇ ਜਿਹੜੇ ਸਟੈਪਸ ਨੇ, ਪਹਿਲਾਂ ਉਸਨੂੰ, ਕਿਉਂਕਿ ਗੁਰੂ ਸਾਹਿਬ ਵੀ ਇਹ ਕਹਿੰਦੇ ਨੇ ਕਿ ਗੁਰਬਾਣੀ ਨੂੰ ਵਿਚਾਰੋ। ਬਾਰ-ਬਾਰ ਸਾਨੂੰ ਇਹੀ ਉਪਦੇਸ਼ ਕੀਤਾ ਜਾਂਦਾ ਕਿ ਗੁਰਬਾਣੀ ਨੂੰ ਵਿਚਾਰੋ ਅਤੇ ਇਸ ਨੂੰ ਅਪਣਾਓ। ਅਸੀਂ ਸ਼ਾਇਦ ਸੀਮਿਤ ਰਹਿ ਗਏ ਪੜ੍ਹਨ ਤੱਕ ਹੀ, ਜਿਸ ਕਾਰਨ ਇਹ ਸਮੱਸਿਆਵਾਂ ਆਉਂਦੀਆਂ ਨੇ। ਗੁਰਬਾਣੀ ਤਾਂ ਬੜਾ ਸਰਲ ਇੱਕ ਤਰੀਕਾ ਹੈ, ਜੀਵਨ ਜਾਚ ਹੈ।
ਤੇ ਆਸ ਇਹੀ ਕਰਦੇ ਹਾਂ ਕਿ ਇਹ ਸਫ਼ਰ ਸਾਡਾ ਹਰ ਫਰਾਈਡੇ ਨੂੰ ਜੋ ਹੁੰਦਾ ਹੈ ਇਸ ਵਿੱਚ ਅਸੀਂ ਹਰ ਵਾਰ ਕੁਝ ਨਾ ਕੁਝ ਸਿੱਖਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਸਾਡੇ ਨਾਲ ਸਾਂਝ ਪਾਉਣ ਲਈ, ਅਤੇ ਨਾਲ ਹੀ ਦਰਸ਼ਕਾਂ ਦਾ ਵੀ ਤੇ ਸਾਡੇ ਸਰੋਤਿਆਂ ਦਾ ਵੀ ਕਿ ਤੁਸੀਂ ਪ੍ਰੋਗਰਾਮ ਨੂੰ ਦੇਖਦੇ ਹੋ, ਪਸੰਦ ਕਰਦੇ ਹੋ ਤੇ ਬਾਅਦ ਦੇ ਵਿੱਚ ਸੰਪਰਕ ਵੀ ਕਰਦੇ ਹੋ। ਆਨਲਾਈਨ ਵੀ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਏ ਤਾਂ ਜ਼ਰੂਰ ਲਿਖਿਆ ਕਰੋ ਤਾਂ ਕਿ ਉਸ ਦਾ ਜਵਾਬ ਅਸੀਂ ਭਾਈ ਸਾਹਿਬ ਤੋਂ ਲੈ ਸਕਨੇ ਹਾਂ। ਸੋ ਪ੍ਰੋਗਰਾਮ ਦੀ ਕਰਦਾ ਇੱਥੇ ਹੀ ਸਮਾਪਤੀ। ਤੁਹਾਡਾ ਮੇਰਾ ਸਾਥ ਮੰਡੇ ਟੂ ਫਰਾਈਡੇ ਸ਼ਾਮ ਨੂੰ 7 ਵਜੇ ਪੈਸੀਫਿਕ ਸਟੈਂਡਰਡ ਟਾਈਮ ਹੁੰਦਾ ਹੈ, ਲੇਕਿਨ ਫਰਾਈਡੇ ਦੀ ਸ਼ਾਮ ਜੋ ਹੈ ਉਹ ਭਾਈ ਰਾਮ ਸਿੰਘ ਰਜਾਈਨਾ ਹਰ ਹਫਤੇ ਅੱਗੇ ਵੀ ਸਾਂਝ ਪਾਇਆ ਕਰਨਗੇ। ਸੋ ਇਸ ਨਿਰੰਤਰ ਸਾਥ ਸਾਡਾ ਬਣਿਆ ਰਹੇ ਤੇ ਅਸੀਂ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ। ਮੇਰੇ ਨਾਲ ਸੰਪਰਕ ਕਰਨਾ ਹੋਏ 604 603 7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsing@gmail.com। ਇੱਥੇ ਹੀ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਦਿਓ ਆ ਗਿਆ। ਹੈਵ ਅ ਸੇਫ ਈਵਨਿੰਗ, ਸਟੇ ਸੇਫ। ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ। ਖਾਲੀ ਘਰ ਅਨਇਨਵਾਈਟਿੰਗ ਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ, ਕਲਰ ਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ ਤਾਂ ਕਿ ਉਹ ਆਪਣੇ ਸਕਿੱਲਸ ਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 6046576612 ਜਾਂ ਫਿਰ ਇਹਨਾਂ ਦੀ ਵੈਬਸਾਈਟ anelegantTouch.ca ਤੇ ਜਾਓ। ਘਰ ਨੂੰ ਅੰਦਰੋਂ ਤਾਂ ਚੰਗੇ ਤਰੀਕੇ ਨਾਲ ਸੋਨਾ ਬਣਾ ਲਿਆ ਹੈ, ਪਰ ਬਾਹਰ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਚਿੰਤਤ ਹੋ ਤਾਂ ਆਓ ਪੈਸੀਫਿਕ ਆਰਟ ਸਟੋਨ ਤੇ, ਜਿੱਥੇ ਤੁਹਾਨੂੰ ਰੀਅਲ ਸਟੋਨ, ਮੈਨੂਫੈਕਚਰਡ ਸਟੋਨ ਵਿਨੀਅਰ, ਲਾਈਮਸਟੋਨ, ਗ੍ਰੇਨਾਈਟ, ਮਾਰਬਲ ਆਦਿ ਦੀ ਵਧੀਆ ਕਲੈਕਸ਼ਨ ਲੈਣ ਨੂੰ ਮਿਲੇਗੀ। 2006 ਤੋਂ ਇਹ ਹਾਈ ਕੁਆਲਿਟੀ ਦੇ ਪ੍ਰੋਡਕਟਸ ਤੇ ਵਧੀਆ ਕਸਟਮਰ ਸਰਵਿਸ ਲਈ ਮਸ਼ਹੂਰ ਹਨ। ਇਹ ਨੈਚੁਰਲ ਤੇ ਮੈਨੂਫੈਕਚਰਡ ਸਟੋਨ ਵਿਨੀਅਰ ਦੇ ਨਾਮਵਰ ਮੈਨੂਫੈਕਚਰਰ ਤੇ ਇੰਪੋਰਟਰ ਹਨ। ਐਕਸਟੀਰੀਅਰ ਫਲੋਰਿੰਗ, ਡੈਕਸ, ਪੌੜੀਆਂ ਦੀ ਵੀ ਕਲੈਕਸ਼ਨ ਰੱਖਦੇ ਹਨ। ਅੱਜ ਹੀ ਆਓ 8585 ਸਟਰੀਟ ਸਰੀ 6045905999। ਅੱਜ ਦੀ ਇਸ ਰੀਅਲ ਏਸਟੇਟ ਮਾਰਕੀਟ ਵਿੱਚ ਜ਼ਰੂਰਤ ਹੈ ਇੱਕ ਤਜਰਬੇਕਾਰ ਤੇ ਮਿਹਨਤੀ ਰੀਅਲ ਏਸਟੇਟ ਏਜੰਟ ਦੀ, ਜੋ ਤੁਹਾਡੀ ਪ੍ਰਾਪਰਟੀ ਨੂੰ ਸਹੀ ਤਰੀਕੇ ਨਾਲ ਮਾਰਕੀਟ ਵਿੱਚ ਪੇਸ਼ ਕਰ ਸਕੇ ਤੇ ਖਾਸ ਕਰਕੇ ਜਦ ਤੁਸੀਂ ਘਰ ਵੇਚਣਾ ਹੈ ਤਾਂ ਕਮਿਸ਼ਨ ਵਿੱਚ ਹਜ਼ਾਰਾਂ ਹੀ ਡਾਲਰਸ ਦੀ ਬਚਤ ਕਰਵਾ ਸਕੇ। ਮਕਾਨ ਮਾਲਕ ਕਈ ਆਪਸ਼ਨਸ ਦੀ ਵਰਤੋਂ ਕਰਕੇ ਆਪਣੀ ਟਰਮਸ ਤੇ ਲਿਸਟਿੰਗ ਇੱਕ ਫਲੈਟ ਫੀ ਦੇ ਕੇ ਕਰ ਸਕਦੇ ਹਨ। 1 ਫਲੈਟ ਫੀ ਦੇ ਮਯੂਰ ਅਰੋੜਾ ਤੁਹਾਨੂੰ ਪ੍ਰਾਪਰਟੀ ਵੇਚਣ ਤੇ ਖਰੀਦਣ ਵਿੱਚ ਮਦਦ ਕਰ ਸਕਦੇ ਹਨ, ਕਿਉਂਕਿ ਇਹਨਾਂ ਨੇ ਲੋਅਰ ਮੇਨਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਹੀ ਪ੍ਰਾਪਰਟੀਆਂ ਵੇਚੀਆਂ ਹਨ। ਅੱਜ ਹੀ ਕਾਲ ਕਰੋ 6047251000 ਜਾਂ ਫਿਰ ਵਿਜ਼ਿਟ ਕਰੋ oneflatfee.ca। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295।